स्वागत करते हैं जी एक बार फिर आप सब ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ। ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਆਨੰਦ ਸਾਹਿਬ ਜੀ ਦੀ ਵਿਆਖਿਆ ਲੈ ਕੇ ਹਾਜ਼ਰ ਹੁੰਦੇ ਨੇ ਭਾਈ ਸਾਹਿਬ ਭਾਈ ਸ਼ਰਨਜੀਤ ਸਿੰਘ ਜੀ, ਜਿਹੜੇ ਕਿ ਗੁਰਦੁਆਰਾ ਸਾਹਿਬ ਰॉ ਸਟਰੀਟ ਵੈਂਕੂਵਰ ਵਿੱਚ ਗ੍ਰੰਥੀ ਵਜੋਂ ਸੇਵਾ ਨਿਭਾਉਂਦੇ ਨੇ। ਇੱਥੇ ਆ ਕੇ ਸਾਡੇ ਨਾਲ ਸਾਂਝ ਪਾਇਆ ਕਰਦੇ ਨੇ ਤੇ ਤੁਹਾਡੇ ਵੱਲੋਂ ਜੋ ਭਰਵਾਂ ਹੁੰਗਾਰਾ ਹੈ ਉਸ ਲਈ ਤੁਹਾਡੇ ਹਾਂ ਸ਼ੁਕਰਗੁਜ਼ਾਰ, ਕਿਉਂਕਿ ਮਕਸਦ ਇਹ ਹੈਗਾ ਕਿ ਸਾਨੂੰ ਸਮਝ ਆ ਸਕੇ ਕਿ ਗੁਰਬਾਣੀ ਵਿੱਚ ਸਪਸ਼ਟ ਲਫ਼ਜ਼ਾਂ ਵਿੱਚ ਗੁਰੂ ਸਾਹਿਬ ਕੀ ਕਹਿ ਰਹੇ ਨੇ। ਆਓ ਅੱਜ 32ਵੀਂ ਪੌੜੀ ਵਿੱਚ ਗੁਰੂ ਸਾਹਿਬ ਕੀ ਕਹਿੰਦੇ ਨੇ ਉਸ ਨਾਲ ਤੁਹਾਨੂੰ ਜੋੜਦੇ ਹਾਂ। ਜੀ ਆਨੰਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਇਹ ਸ਼ਬਦ ਜਿਹੜਾ ਹੈਗਾ ਇਸ ਦੇ ਵਿੱਚ ਗੁਰੂ ਸਾਹਿਬ ਕੀ ਸਾਨੂੰ ਉਪਦੇਸ਼ ਕਰਦੇ ਨੇ, ਇਸ ਬਾਰੇ ਦੱਸੋ ਜੀ। ਜੀ ਪਿਛਲੇ ਪੌੜੀਆਂ ਵਿੱਚ ਆਪਾਂ 31 ਪੌੜੀਆਂ ਵਿਚਾਰ ਕਰ ਚੁੱਕੇ ਹਾਂ ਤੇ ਜਿਹਦੇ ਵਿੱਚ ਸਤਿਗੁਰੂ ਨੇ ਆਨੰਦ ਦੀ ਅਵਸਥਾ ਤੱਕ ਪਹੁੰਚਣ ਦਾ ਸਾਨੂੰ ਉਪਦੇਸ਼ ਕੀਤਾ ਹੈ ਜੀ। ਤੇ ਹੁਣ ਅਗਲੀਆਂ ਪੌੜੀਆਂ ਜਿਹੜੀਆਂ ਨੇ, ਇਹਨਾਂ ਵਿੱਚ ਕੁਝ ਪੌੜੀਆਂ ਦੇ ਵਿੱਚ ਸਤਿਗੁਰੂ ਸਾਡੇ ਸਰੀਰ ਦੇ ਇੱਕ ਇੱਕ ਅੰਗ ਨੂੰ, ਗਿਆਨ ਇੰਦਰੀਆ ਤੇ ਕਰਮ ਇੰਦਰੀਆਂ ਨੂੰ ਸੰਬੋਧਨ ਕਰਕੇ ਸਮਝਾਉਂਦੇ ਨੇ, ਭਾਈ ਤੇਰੇ ਜੀਵਨ ਦਾ ਮਕਸਦ ਕੀ ਹੈ। ਇਸ ਗਿਆਨ ਇੰਦਰੀਆ ਦਾ, ਰਸਨਾ ਦਾ, ਅੱਖਾਂ ਦਾ, ਸਰਵਣਾ ਦਾ, ਇਹਨਾਂ ਦਾ ਮਕਸਦ ਕੀ ਹੈ ਸੰਸਾਰ ਵਿੱਚ ਆਉਣ ਦਾ, ਰੱਬ ਨੇ ਜੋ ਬਣਾਏ ਨੇ ਮਕਸਦ ਕੀ ਹੈ, ਉਹ ਸਾਨੂੰ ਉਪਦੇਸ਼ ਕਰਦੇ ਨੇ। ਸਤਿਗੁਰੂ ਜੀ ਆਮ ਮਨੁੱਖਤਾ ਦੀ ਹਾਲਤ ਦੇਖਦੇ ਨੇ ਕਿ ਮਨੁੱਖ ਆਪਣੇ ਇਹਨਾਂ ਗਿਆਨ ਇੰਦਰੀਆ ਤੇ ਕਰਮ ਇੰਦਰੀਆਂ ਦਾ ਕਿਵੇਂ ਮਿਸਯੂਜ਼ ਕਰ ਰਹੇ ਨੇ ਤੇ ਉਸ ਨਕਸ਼ੇ ਨੂੰ ਸਾਡੇ ਸਾਹਮਣੇ ਰੱਖਦੇ ਨੇ ਤੇ ਰਸਨਾ ਜੋ ਪਰਮਾਤਮਾ ਇਸ ਸਿਫਤ ਸਾਲਾ ਵਾਸਤੇ ਮਾਲਕ ਨੇ ਦਿੱਤੀ ਸੀ, ਉਹਦਾ ਮਿਸਯੂਜ਼ ਕਿਵੇਂ ਹੋ ਰਿਹਾ ਹੈ ਜੀ। ਪਾਤਸ਼ਾਹ ਕਹਿੰਦੇ ਨੇ, ਇਹ ਰਸਨਾ ਤੂੰ ਅਨਰਸ ਰਾਚ ਰਹੀ। ਹੇ ਰਸਨਾ ਤੂੰ ਅਨਰਸ, ਅਨਰਸ ਦਾ ਭਾਵ ਹੋਰ ਰਸ ਜੀ। ਇੱਕ ਰਸ ਹੈ ਪਰਮਾਤਮਾ ਦੇ ਨਾਮ ਦਾ, ਪਰਮੇਸ਼ਰ ਦੇ ਨਾਮ ਦੇ ਰਸ ਨੂੰ ਤਿਆਗ ਕੇ ਜੀ ਤੂੰ ਹੋਰ ਰਸਾਂ ਦੇ ਵਿੱਚ ਫਸੀ ਹੋਈ ਹੈ, ਰਾਚ ਰਹੀ, ਬਿਲਕੁਲ ਰਚੀ ਹੋਈ ਹੈ। ਤੇਰੀ ਪਿਆਸ ਨਾ ਜਾਏ, ਤੇ ਇਹਨਾਂ ਹੋਰ ਰਸਾਂ ਵਿੱਚ ਫਸ ਕੇ ਤੇਰੀ ਪਿਆਸ ਬੁਝਦੀ ਨਹੀਂ, ਤ੍ਰਿਸ਼ਨਾ ਤੇਰੀ ਮੁੱਕਦੀ ਨਹੀਂ ਜੀ। ਰਸਨਾ ਦੇ ਨਾਲ ਮਨੁੱਖ ਖਾਣ ਪੀਣ ਦੇ ਚਸਕਿਆਂ ਦੇ ਵਿੱਚ ਤੇ ਬੋਲਣ ਦੇ ਵਿੱਚ, ਉਸਤਤ ਤੇ ਨਿੰਦਾ ਦੇ ਵਿੱਚ ਲੱਗਿਆ ਹੋਇਆ ਹੈ, ਨਿੰਦਾ ਚੁਗਲੀ ਵਿੱਚ ਲੱਗਿਆ ਹੋਇਆ ਹੈ। ਇਹ ਰਸਨਾ ਜਿਸ ਦਾ ਕੰਮ ਸੀ ਪਰਮਾਤਮਾ ਦੀ ਸਿਫਤ ਸਲਾਹ ਦੇ ਬੋਲ ਬੋਲਣੇ, ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਕਰਨੀ, ਉਹ ਤਿਆਗ ਕੇ ਹੋਰ ਕਰਮਾਂ ਵਿੱਚ ਲੱਗ ਗਈ ਹੈ। ਤੂੰ ਅਨਰਸ ਰਾਚ ਰਹੀ। ਤੇ ਪਾਵਨ ਬਾਣੀ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਰਸਨਾ ਦੇ ਬਾਰੇ ਇਹ ਫਰਮਾਨ ਕੀਤਾ ਹੈ ਕਿ ਮੇਰੀ ਇੱਕ ਰਸਨਾ ਹੈ, ਇਹ ਇੱਕ ਰਸਨਾ ਵੀ ਮਾਲਕ ਤੇਰੇ ਗੁਣਾਂ ਦਾ ਵਰਣਨ ਨਹੀਂ ਕਰ ਸਕਦੀ। ਮੇਰੇ ਕੋਲ ਇੰਨਾ ਸਮਾਂ ਜਾਂ ਇੰਨੀ ਸਮਰੱਥਾ ਨਹੀਂ ਹੈ ਕਿ ਇਹ ਰਸਨਾ ਤੇਰੇ ਗੁਣਾਂ ਦਾ ਵਰਣਨ ਕਰ ਸਕੇ। ਭਾਵ ਕਿ ਇੱਕ ਰਸਨਾ ਘੱਟ ਪੈ ਜਾਂਦੀ ਹੈ ਤੇਰੀ ਵਡਿਆਈ ਕਰਨ ਦੇ ਵਿੱਚ। ਹੁਣ ਅਸੀਂ ਆਪਣੇ ਜੀਵਨ ਦੇ ਬਾਰੇ ਵਿਚਾਰੀਏ, ਝਾਤੀ ਮਾਰੀਏ ਕਿ ਅਸੀਂ ਕਿੰਨਾ ਕੁ ਇਸ ਰਸਨਾ ਦੇ ਨਾਲ ਪਰਮਾਤਮਾ ਦੀ ਵਡਿਆਈ ਕਰ ਰਹੇ ਹਾਂ, ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਕਰ ਇੱਕ ਦੂਜੇ ਨੂੰ ਸਮਝਾ ਰਹੇ ਹਾਂ, ਜਾਂ ਨੇਕ ਕਰਮ ਕਰਨ ਪ੍ਰਤੀ ਅਸੀਂ ਸੁਚੇਤ ਹਾਂ। ਸਤਿਗੁਰੂ ਕਹਿੰਦੇ ਇਹ ਰਸਨਾ ਮੇਰੇ ਤੱਕ ਘੱਟ ਪੈ ਜਾਂਦੀ ਹੈ, ਹੇ ਮਾਲਕ ਮੈਨੂੰ ਕਰੋੜਾਂ ਰਸਨਾ ਦੇ ਤਾਂ ਕਿ ਤੇਰੀ ਉਸਤਤ ਕਰ ਸਕਾਂ। ਸਤਿਗੁਰੂ ਦੇ ਪਾਵਨ ਬਚਨ ਹਨ। ਆਪਣੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤਨਾਸੀ ਰਾਗ ਵਿੱਚ ਫਰਮਾਨ ਕਰਦੇ ਨੇ, हे परमात्मा तेरे बेअंत गुण ने ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈ ਹੈ। ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰ ਫਿਰ ਵੀ ਮੇਰੀ ਰਸਨਾ ਤੇਰੇ ਗੁਣਾਂ ਨਾਲ ਨਹੀਂ ਜੁੜੀ ਹੋਈ ਹੈ। ਮੈਂ ਫਿਰ ਵੀ ਅਵਗੁਣਾਂ ਦੇ ਵਿੱਚ, ਨਿੰਦਾ ਚੁਗਲੀ 'ਚ ਲੱਗਿਆ ਹੋਇਆ ਹਾਂ ਤੇ ਤੇਰੇ ਨਾਮ ਦੇ ਨਾਲ ਨਹੀਂ ਜੁੜਿਆ। ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਵਿੱਚ ਸਮਝਾਉਂਦੇ ਹਨ, हे ਭਾਈ ਇਹ ਰਸਨਾ ਜੋ ਹੈ ਪਰਮੇਸ਼ਰ ਦੇ ਗੁਣ ਗਾਉਣ ਵਾਸਤੇ ਹੈ। ਜਿਹੜੀ ਰਸਨਾ ਪਰਮਾਤਮਾ ਦੀ ਸਿਫਤ ਸਲਾਹ ਨਾ ਕਰੇ, ਪਾਤਸ਼ਾਹ ਕਹਿੰਦੇ ਨੇ ਉਹ ਰਸਨਾ ਕੱਟਣ ਯੋਗ ਹੈ, ਉਹ ਰਸਨਾ ਚਾਹੀਦੀ ਨਹੀਂ ਹੈ ਜੀ। ਇਹ ਕਿੰਨਾ ਵੱਡਾ ਫਰਕ ਹੈ ਸਤਿਗੁਰੂ ਜੀ ਦਾ। ਜਿੱਥੇ ਸਮਾਜ ਦੇ ਵਿੱਚ, ਦੂਜੇ ਧਰਮਾਂ ਦੇ ਵਿੱਚ, ਹਿੰਦੂ ਧਰਮ ਦੇ ਵਿੱਚ ਹਿੰਦੂ ਵੀਰਾਂ ਨੇ ਜੋ ਉਹਨਾਂ ਦੇ ਗ੍ਰੰਥ ਨੇ, ਬ੍ਰਾਹਮਣ ਨੇ ਐਸੀ ਪਾਬੰਦੀ ਲਾਈ ਹੋਈ ਸੀ ਕਿ ਕਈ ਮਨੁੱਖ ਜੋ ਸ਼ੂਦਰ ਕਹੇ ਜਾਂਦੇ ਹਨ ਉਹ ਵੇਦਾਂ ਦਾ ਪਾਠ ਨਹੀਂ ਸਨ ਕਰ ਸਕਦੇ ਜੀ। ਪਰ ਸਤਿਗੁਰੂ ਜਿਹੜਾ ਬੰਦਾ ਵੇਦਾਂ ਦਾ ਪਾਠ ਕਰ ਲਵੇ, ਉਹਦੇ ਜਿਹੜੀ ਰਸਨਾ ਕੱਟ ਦਿੱਤੀ ਜਾਏ, ਉਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਏ, ਅੱਖਾਂ ਉਹਦੀਆਂ ਬੰਦ ਕਰ ਦਿੱਤੀਆਂ ਜਾਣ, ਕੱਢ ਲਈਆਂ ਜਾਣ। ਪਰ ਪਾਤਸ਼ਾਹ ਕਹਿੰਦੇ ਨੇ ਇਸ ਤੋਂ ਬਿਲਕੁਲ ਉਲਟ ਕ੍ਰਾਂਤੀਕਾਰੀ ਸਤਿਗੁਰੂ ਦੇ ਵਿਚਾਰ ਨੇ। ਜਿਹੜਾ ਮਨੁੱਖ ਰਸਨਾ ਦੇ ਨਾਲ ਪਰਮਾਤਮਾ ਦੀ ਉਸਤਤ ਨਹੀਂ ਕਰਦਾ, ਉਹ ਰਸਨਾ ਕੱਟਣ ਯੋਗ ਹੈ। ਜਿਹੜੇ ਕੰਨਾਂ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਨਹੀਂ ਪੜ੍ਹੀ, ਉਹਨਾਂ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦੇਣਾ ਚਾਹੀਦਾ ਹੈ। ਸਤਿਗੁਰੂ ਦੇ ਪਾਵਨ ਬਚਨ ਨੇ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ, ਨੈਣ ਨਾ ਦੇਖੈ ਸਾਧ ਸੇ ਨੈਣ ਬਹਾਲਿਆ।
ਉਹ ਨੈਣ ਬੇਕਾਰ ਨੇ, ਵਿਅਰਥ ਨੇ, ਉਹ ਕੰਨ ਬੇਕਾਰ ਨੇ, ਉਹ ਰਸਨਾ ਬੇਕਾਰ ਹੈ ਜੋ ਪਰਮਾਤਮਾ ਦਾ ਨਾਮ ਨਾ ਜਪੇ। ਭਗਤ ਨਾਮਦੇਵ ਜੀ ਦੇ ਬੜੇ ਸੁੰਦਰ ਬਚਨ ਨੇ। ਭਗਤ ਨਾਮਦੇਵ ਕਹਿੰਦੇ ਨੇ, ਰੰਗੀਲੇ ਜਿਹਵਾ ਹਰ ਕੈ ਨਾਏ। ਭਾਈ ਆਪਣੀ ਰਸਨਾ ਨੂੰ ਪਰਮਾਤਮਾ ਦੀ ਸਿਫਤ ਸਲਾਹ ਦੇ ਰੰਗ ਦੇ ਵਿੱਚ ਰੰਗ। ਤੇ ਹੁਣ ਜਿੱਥੇ ਇਹ ਉਪਦੇਸ਼ ਕੀਤਾ ਕਿ ਇਸ ਜੀਵਾਂ ਨੂੰ ਪਰਮੇਸ਼ਰ ਦੀ ਸਿਫਤ ਸਲਾਹ ਵਿੱਚ ਰੰਗੋ, ਉਤੇ ਨਾਲ ਇਹ ਵੀ ਆਖਿਆ ਹੈ, ਰੇ ਜਿਹਵਾ ਕਰੋ ਸਤਖੰਡ ਜਾਮ ਨਾ ਉਚਰੈ ਸ੍ਰੀ ਗੋਬਿੰਦ। ਜੇ ਤੂੰ ਪਰਮਾਤਮਾ ਦੀ ਉਸਤਤ ਨਹੀਂ ਕਰ ਰਹੀ ਤਾਂ ਇਸ ਰਸਨਾ ਦੇ ਸੈਂਕੜੇ ਟੁਕੜੇ ਕਰ ਦਿੱਤੇ ਜਾਣ। ਹੁਣ ਇਹ ਰਸਨਾ ਜਿਹੜੀ ਸੀ ਪਰਮਾਤਮਾ ਦੀ ਸਿਫਤ ਸਲਾਹ ਵਾਸਤੇ ਸਾਨੂੰ ਮਿਲੀ ਹੈ, ਪਰ ਮਨੁੱਖ ਆਪਣੀ ਉਸਤਤ ਸੁਣਨ ਦੇ ਵਿੱਚ, ਦੂਜੇ ਦੀ ਨਿੰਦਾ ਕਰਨ ਦੇ ਵਿੱਚ ਜਾਂ ਚਾਪਲੂਸੀ ਕਰਨ ਦੇ ਵਿੱਚ ਇੰਨਾ ਮਗਨ ਹੈ ਕਿ ਉਹਦੇ ਕੋਲ ਸਮਾਂ ਹੀ ਨਹੀਂ। ਜੇ ਰਸਨਾ ਦੇ ਨਾਲ ਬੋਲਦਾ ਹੈ ਤਾਂ ਕੋੜੇ ਬੋਲ ਬੋਲਦਾ ਹੈ, ਕੋਈ ਮਿੱਠੇ ਬੋਲ ਨਹੀਂ ਬੋਲਦਾ। ਪਾਵਨ ਬਾਣੀ ਦੇ ਵਿੱਚ ਸਤਿਗੁਰੂ ਦੇ ਬੜੇ ਸੁੰਦਰ ਬਚਨ ਨੇ, ਰੋਜ਼ ਹੀ ਅਸੀਂ ਪੜ੍ਹਦੇ ਹਾਂ ਆਸਾ ਕੀ ਵਾਰ ਦੇ ਵਿੱਚ, ਹੈ ਭਾਈ ਇਸ ਰਸਨਾ ਦੇ ਨਾਲ ਮਿੱਠੇ ਬੋਲ ਬੋਲ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ। ਤੇ ਜਦੋਂ ਤੱਕ ਮਨੁੱਖ ਪਰਮੇਸ਼ਰ ਦੇ ਗੁਣਾਂ ਨਾਲ ਨਹੀਂ ਜੁੜਿਆ, ਉਹਦੇ ਮਨ ਵਿੱਚ ਪਰਮੇਸ਼ਰ ਦਾ ਪ੍ਰੇਮ ਨਹੀਂ ਬਣ ਸਕਦਾ ਤੇ ਕੂੜੇ ਬੋਲਣ ਦੇ ਨਾਲ ਆਨੰਦੀ ਅਵਸਥਾ ਤੱਕ ਨਹੀਂ ਪਹੁੰਚ ਸਕਦਾ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਜਦੋਂ ਤੱਕ ਇਹ ਭਾਈ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਆਪਣੇ ਹਿਰਦੇ 'ਚ ਨਹੀਂ ਵਸਾਉਂਦਾ, ਉਦੋਂ ਤੱਕ ਤੇਰੀ ਇਹ ਪਿਆਸ, ਇਹ ਤ੍ਰਿਸ਼ਨਾ ਮੁੱਕ ਨਹੀਂ ਸਕਦੀ। ਪਰਮੇਸ਼ਰ ਦੇ ਗੁਣਾਂ ਨੇ, ਪਰਮੇਸ਼ਰ ਦੀ ਯਾਦ ਨੇ ਮਨੁੱਖ ਦੇ ਜੀਵਨ ਨੂੰ ਸੰਤੋਖੀ ਬਣਾਉਣਾ ਹੈ, ਮਨੁੱਖ ਦੇ ਬੋਲ ਸੁਧਾਰਨੇ ਹਨ। ਔਰ ਗੁਰਬਾਣੀ ਦੇ ਬੜੇ ਸੁੰਦਰ ਬਚਨ ਨੇ। ਸੁਖਮਨੀ ਸਾਹਿਬ ਦਾ ਪਾਠ ਅਸੀਂ ਕਰਦੇ ਹਾਂ, ਪਾਤਸ਼ਾਹ ਕਹਿੰਦੇ ਨੇ, ਜੋ ਮਨੁੱਖ ਗੁਰੂ ਦੇ ਨੇੜੇ ਬਹਿ ਗਿਆ ਉਸ ਦੇ ਬੋਲ ਮਿੱਠੇ ਬਣ ਜਾਂਦੇ ਹਨ, ਉਹਦੇ ਬੋਲ ਐਸੇ ਸੁੰਦਰ ਬਣ ਜਾਂਦੇ ਹਨ ਕਿ ਉਹ ਦੂਜੇ ਦੇ ਮਨ ਨੂੰ ਮੋਹ ਸਕਦਾ ਹੈ ਮਨੁੱਖ। ਸਾਧ ਕੈ ਸੰਗ ਮਨੋਹਰ ਬੈਨ। ਪਾਤਸ਼ਾਹ ਕਹਿੰਦੇ ਨੇ, ਭਾਈ ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਦੀ ਮੱਤ ਲੈ ਕੇ ਤੇਰੇ ਬੋਲ ਵੀ ਚੰਗੇ ਬਣ ਸਕਦੇ ਹਨ, ਤੇਰਾ ਜੀਵਨ ਵੀ ਚੰਗਾ ਬਣ ਜਾਏਗਾ ਜੇ ਤੂੰ ਰਸਨਾ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਕਰੇਗਾ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਜੇ ਹੈ ਰਸਨਾ ਤੂੰ ਪਰਮੇਸ਼ਰ ਦੇ ਨਾਮ ਰਸ ਦੇ ਵਿੱਚ ਲੱਗ ਜਾਏ, ਹਰ ਰਸ ਪਾਏ ਪੱਲੇ, ਜੇ ਆਪਣੇ ਅੰਦਰ ਤੂੰ ਪਰਮਾਤਮਾ ਦਾ ਨਾਮ ਵਸਾ ਲਵੇ, ਇਸ ਰਸਨਾ ਦੇ ਨਾਲ ਪਰਮੇਸ਼ਰ ਦੀ ਸਿਫਤ ਸਲਾਹ ਕਰੇ, ਤਾਂ ਫਿਰ ਇਸ ਰਸ ਨੂੰ ਪੀਵੇ। ਜਿੱਥੇ ਤੂੰ ਹੋਰ ਹੋਛੇ ਰਸਾਂ ਨੂੰ ਚੱਖਦੀ ਹੈ, ਜਿੱਥੇ ਤੂੰ ਬੁਰੇ ਰਸਾਂ ਵਿੱਚ ਪੈ ਕੇ ਆਪਣਾ ਜੀਵਨ ਬਰਬਾਦ ਕਰ ਰਹੀ ਹੈ, ਇਹ ਰਸਨਾ ਜੇ ਤੂੰ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਕਰ ਲਵੇ ਤਾਂ ਤੇਰਾ ਜੀਵਨ ਸਫਲ ਹੋ ਜਾਏ। ਸਤਿਗੁਰੂ ਦੇ ਬੜੇ ਸੁੰਦਰ ਬਚਨ ਨੇ ਕਿ ਮਨੁੱਖ ਦੀ ਹਾਲਤ ਐਸੀ ਹੈ, ਜ਼ਹਿਰ ਨੂੰ ਅੰਮ੍ਰਿਤ ਸਮਝ ਰਿਹਾ ਹੈ ਤੇ ਜ਼ਹਿਰ ਨੂੰ ਅੰਮ੍ਰਿਤ ਸਮਝ ਕੇ ਛਕ ਰਿਹਾ ਹੈ ਤੇ ਅੰਮ੍ਰਿਤ ਨੂੰ ਜ਼ਹਿਰ ਜਾਣ ਕੇ ਤਿਆਗ ਰਿਹਾ ਹੈ। ਜੋ ਹਲਾਹਲ ਸੋ ਪੀਵੇ ਬੋਰਾ, ਅੰਮ੍ਰਿਤ ਨਾਮ ਜਾਣੇ ਕਰ ਕੋਰਾ। ਜ਼ਹਿਰ ਨੂੰ, ਨਸ਼ਿਆਂ ਨੂੰ, ਸ਼ਰਾਬਾਂ ਨੂੰ, ਡਰਗਾਂ ਨੂੰ, ਹੋਰ ਕਿੰਨੇ ਬੁਰੇ ਕਰਮਾਂ 'ਚ ਪੈ ਰਿਹਾ ਮਨੁੱਖ, ਤੇ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਪਰਮੇਸ਼ਰ ਦੀ ਸਿਫਤ ਸਲਾਹ ਰਸਨਾ ਦੇ ਨਾਲ ਨਹੀਂ ਕਰਦਾ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਜੇ ਤੂੰ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਕਰ ਲਵੇ ਤਾਂ ਮੁੜ ਕੇ ਤੈਨੂੰ ਇਹ ਤ੍ਰਿਸ਼ਨਾ, ਜੋ ਮਾਇਆ ਤ੍ਰਿਸ਼ਨਾ ਔਗੁਣਾਂ ਦੇ ਵਿੱਚ ਤੂੰ ਫਿਰ ਮੁੜ ਕੇ ਨਹੀਂ ਖਚਿਤ ਹੋ ਸਕੇਗਾ। ਇਹ ਰਸ, ਇਹ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸ ਆਏ। ਜਿਸ ਮਨੁੱਖ ਨੂੰ ਪਰਮਾਤਮਾ ਦੀ ਸਿਫਤ ਸਲਾਹ ਦਾ ਰਸ ਪ੍ਰਾਪਤ ਹੋ ਜਾਏ, ਜਿਸ ਮਨੁੱਖ ਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੋ ਜਾਏ, ਉਹ ਮਨੁੱਖ ਪਰਮੇਸ਼ਰ ਦੇ ਨਾਮ ਰਸ ਵਿੱਚ ਲੱਗ ਸਕਦਾ ਹੈ, ਲੱਗ ਜਾਂਦਾ ਹੈ ਤੇ ਉਹਨੂੰ ਗੁਰੂ ਪ੍ਰਾਪਤ ਹੁੰਦਾ ਹੈ। ਪਾਤਸ਼ਾਹ ਕਹਿੰਦੇ ਨੇ, ਭਾਈ ਕਹੇ ਨਾਨਕ ਹੋਰ ਅਨਰਸ ਸਭ ਵਿਸਰੇ, ਜਾਂ ਹਰ ਵਸੈ ਮਨ ਆਏ। ਜਦੋਂ ਮਨੁੱਖ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਵਸ ਜਾਏ ਤਾਂ ਫਿਰ ਦੁਨੀਆ ਦੇ ਜੋ ਹੋਛੇ ਰਸ ਨੇ ਉਹ ਸਾਰੇ ਵਿਸਰ ਜਾਂਦੇ ਹਨ। ਸਤਿਗੁਰੂ ਜੀ ਪਾਵਨ ਬਾਣੀ 'ਚ ਬਖਸ਼ਿਸ਼ ਕਰਦੇ ਹਨ ਕਿ ਰੇ ਮੂੜੇ ਤੂੰ ਹੋਛੇ ਰਸ ਲਪਟਾਇਓ। ਤੂੰ ਦੁਨੀਆ ਦੇ ਰਸਾਂ ਕਸਾਂ ਵਿੱਚ ਲੱਗਿਆ ਹੋਇਆ ਹੈ, ਇਹ ਰਸ ਕਸ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ। ਤੇ ਇਹ ਰਸਨਾ ਜਿਹੜੀ ਹੈ ਰੱਬ ਨੇ ਤੈਨੂੰ ਦਿੱਤੀ ਹੈ ਚੰਗੇ ਕਰਮ ਬੋਲਣ ਵਾਸਤੇ, ਕਿਸੇ ਦਾ ਭਲਾ ਕਰਨ ਵਾਸਤੇ, ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਸਤੇ। ਭਾਈ ਹੋਰ ਰਸਾਂ ਕਸਾਂ ਵਿੱਚ ਪੈ ਕੇ ਇਸ ਜੀਵਨ ਨੂੰ ਬਰਬਾਦ ਨਾ ਕਰੋ। ਪਰਮੇਸ਼ਰ ਦੀ ਸਿਫਤ ਸਲਾਹ ਕਰਨ ਵਾਸਤੇ ਮਨੁੱਖਾ ਜੀਵਨ ਪ੍ਰਾਪਤ ਹੋਇਆ ਹੈ। ਜੀ ਬਿਲਕੁਲ ਜੀ। ਪਰ ਇਸ ਦੇ ਵਿੱਚ ਇੱਕ ਸਵਾਲ ਆਉਂਦਾ ਕਈ ਵਾਰੀ, ਜਿਹੜਾ ਪੁੱਛਿਆ ਜਾ ਸਕਦਾ ਕਿ ਜੀ ਉਸ ਰੱਬ ਨੂੰ ਕੀ ਲੋੜ ਹੈਗੀ ਹੈ ਬਾਰ-ਬਾਰ ਯਾਦ ਕਰਨ ਦੀ, ਜਾਂ ਉਸ ਨੂੰ ਇਸ ਰਸਨਾ ਨਾਲ ਯਾਦ ਕਰਨ ਦਾ ਕੀ ਫਾਇਦਾ ਹੈਗਾ? ਇਹ ਤੁਸੀਂ ਵੀ ਸੁਣਿਆ ਹੋਵੇਗਾ ਇਹ ਸਵਾਲ ਜਦੋਂ ਆਉਂਦਾ, ਤੇ ਉਸ ਰੱਬ ਨੂੰ ਤਾਂ ਬਿਲਕੁਲ ਕੋਈ ਲੋੜ ਨਹੀਂ, ਪਰ ਇਸ ਨਾਲ ਤੇ ਸਾਡੇ ਵਿੱਚ ਹੀ ਜਿਹੜੇ ਚੇਂਜਸ ਆਣੇ ਨੇ, ਉਹ ਗੁਣ ਜਿਹੜੇ ਨੇ ਉਹ ਗ੍ਰਹਿਣ ਅਸੀਂ ਕਰਨੇ ਹੈਗੇ ਜੀ। ਪਰਮਾਤਮਾ ਦੇ ਗੁਣ ਜੇ ਰਸਨਾ ਦੇ ਨਾਲ ਗਾਉਣੇ ਨੇ, ਮਨ ਦੇ ਨਾਲ ਗਾਉਣੇ ਨੇ,
ਤਾਂ ਉਹਨਾਂ ਦਾ ਫਰਕ ਪਰਮੇਸ਼ਰ ਤੇ ਨਹੀਂ ਪੈਣਾ ਜੀ ਬਿਲਕੁਲ। ਪਰਮਾਤਮਾ ਦੇ ਬਾਰੇ ਤਾਂ ਸਤਿਗੁਰੂ ਦੇ ਬਚਨ ਨੇ, ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਫਿਰ ਗਾਉਣੇ ਕਿਉਂ ਨੇ? ਪਾਵਨ ਬਾਣੀ ਸਤਿਗੁਰੂ ਕਹਿੰਦੇ ਕਿ ਭਾਈ ਗਾਓ ਗੁਣ ਪਰਮਾਤਮਾ ਦੀ ਸਿਫਤ ਸਲਾਹ ਕਰੋ, ਬੰਦ ਨਾ ਹਰ ਬੰਦ ਨਾ ਗੁਣ ਗਾਓ ਗੋਪਾਲ ਰਾਏ। ਉਹ ਗਾਉਣੇ ਇਸ ਕਰਕੇ ਹਨ ਕਿ ਜਦੋਂ ਅਸੀਂ ਰੱਬ ਦੇ ਗੁਣ ਗਾਵਾਂਗੇ, ਜੈਸਾ ਸੇਵੈ ਤੈਸੋ ਹੋਵੇ ਜੀ। ਗੁਣ ਕਹੈ ਗੁਣੀ ਸਮਾਵਣਿਆ। ਪਰਮਾਤਮਾ ਦੇ ਗੁਣ ਜਦੋਂ ਗਾਵਾਂਗੇ, ਪਰਮੇਸ਼ਰ ਦੀ ਵਡਿਆਈ ਕਰਾਂਗੇ, ਸਿਫਤ ਸਲਾਹ ਕਰਾਂਗੇ, ਤਾਂ ਅਸੀਂ ਪਰਮੇਸ਼ਰ ਦੇ ਨੇੜੇ ਹੋਵਾਂਗੇ। ਸਾਡੇ ਸੁਭਾਅ ਦੇ ਵਿੱਚ ਪਰਮੇਸ਼ਰ ਦੇ ਗੁਣ ਵਸ ਜਾਣਗੇ ਤੇ ਪਰਮਾਤਮਾ ਦੇ ਗੁਣ ਗਾਉਣ ਦਾ ਫਾਇਦਾ ਸਾਨੂੰ ਹੈ, ਪਰਮਾਤਮਾ ਨੂੰ ਲੋੜ ਨਹੀਂ ਹੈ ਜੀ। ਸੋ ਸਤਿਗੁਰੂ ਜੀ ਇਸ ਰਸਨਾ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਸਾਨੂੰ ਉਪਦੇਸ਼ ਕਰਦੇ ਹਨ। ਭਾਈ ਇਹ ਰਸਨਾ ਪਰਮੇਸ਼ਰ ਦੀ ਸਿਫਤ ਸਲਾਹ ਵਾਸਤੇ ਪ੍ਰਾਪਤ ਹੋਈ ਹੈ, ਨਾ ਕਿ ਨਿੰਦਾ ਕਰਕੇ, ਕੂੜੇ ਬੋਲ ਬੋਲ ਕੇ, ਲੋਕਾਂ ਦੇ ਵਿੱਚ ਆਪਸ ਵਿੱਚ ਲੜਾ ਕੇ, ਚੁਗਲੀ ਕਰਕੇ, ਬੁਰੇ ਕਰਮਾਂ ਵਿੱਚ ਖਚਿਤ ਹੋ ਕੇ ਜੀਵਨ ਬਰਬਾਦ ਕਰਨ ਵਾਸਤੇ ਨਹੀਂ ਜੀ। 33ਵੀਂ ਪੌੜੀ ਵਿੱਚ ਗੁਰੂ ਸਾਹਿਬ ਕੀ ਉਪਦੇਸ਼ ਕਰਦੇ ਜੀ? ਇਸ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝ ਪਾਉਂਦੇ ਜੀ। ਆਨੰਦ ਸਾਹਿਬ ਜੀ ਦੀ ਵਿਆਖਿਆ ਲੈ ਕੇ ਹਾਜ਼ਰ ਹੁੰਦੇ ਨੇ ਜੀ ਗਿਆਨੀ ਸ਼ਰਨਜੀਤ ਸਿੰਘ ਜੀ, ਅਤੇ ਅਸੀਂ 32ਵੀਂ ਪੌੜੀ ਵਿੱਚ ਗੁਰੂ ਸਾਹਿਬ ਨੇ ਉਪਦੇਸ਼ ਕੀਤਾ ਸਾਨੂੰ ਕਿ ਅਸੀਂ ਆਪਣੀ ਰਸਨਾ ਨੂੰ ਜੋ ਹੈ ਅਜਾਏ ਹੀ ਸਮਾਂ ਵਿਅਰਥ ਨਹੀਂ ਬਿਤਾਉਣਾ, ਅਸੀਂ ਉਸ ਦੇ ਗੁਣ ਜਿਹੜੇ ਹਨ ਉਹਨਾਂ ਨੂੰ ਗ੍ਰਹਿਣ ਕਰਕੇ ਆਪਣੇ ਜੀਵਨ ਵਿੱਚ ਉੱਤਮਤਾ ਲਿਆਉਣੀ ਹੈ। 34ਵੀਂ ਪੌੜੀ ਵਿੱਚ ਗੁਰੂ ਸਾਹਿਬ ਕੀ ਕਹਿੰਦੇ ਨੇ? ਆਓ ਸਰਵਣ ਕਰਨੇ ਹਾਂ ਗਿਆਨੀ ਸ਼ਰਨਜੀਤ ਸਿੰਘ ਜੀ। ਜੀ ਭਾਈ ਸਾਹਿਬ ਜੀ। 33ਵੀਂ ਪੌੜੀ ਦੇ ਵਿੱਚ ਸਤਿਗੁਰੂ ਜੀ ਇਸ ਸਰੀਰ ਨੂੰ ਸੰਬੋਧਨ ਕਰਕੇ ਸਮਝਾਉਂਦੇ ਹਨ ਕਿ ਹੇ ਮੇਰੇ ਸਰੀਰ, ਪਰਮਾਤਮਾ ਨੇ ਤੇਰੀ ਰਚਨਾ ਕੀਤੀ ਹੈ ਜੀ ਤੇ ਇਸ ਸੰਸਾਰ ਵਿੱਚ ਤੈਨੂੰ ਭੇਜਿਆ ਹੈ। ਤੂੰ ਪਰਮੇਸ਼ਰ ਨੂੰ ਛੱਡ ਕੇ ਇਸ ਸੰਸਾਰ ਦੇ ਵਿੱਚ ਸੁਖ ਨਾ ਭਾਲ, ਸੁਖ ਤਾਂ ਪਰਮੇਸ਼ਰ ਦੀ ਯਾਦ ਦੇ ਵਿੱਚ ਹਨ ਜੀ। ਪਾਤਸ਼ਾਹ ਕਹਿੰਦੇ ਨੇ, ਇਹ ਸ਼ਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹੇ ਮੇਰੇ ਸਰੀਰ, ਪਰਮੇਸ਼ਰ ਨੇ ਤੇਰੀ ਰਚਨਾ ਕੀਤੀ ਹੈ ਤੇ ਪਰਮਾਤਮਾ ਨੇ ਤੇਰੇ ਅੰਦਰ ਜਿੰਦ ਟਿਕਾਈ ਹੈ, ਆਪਣੀ ਜੋਤ ਟਿਕਾਈ ਹੈ ਜੀ। ਹਰ ਤੁਮੇ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਪਰਮੇਸ਼ਰ ਨੇ ਚਾਹਿਆ, ਪਰਮੇਸ਼ਰ ਦੀ ਖੁਸ਼ੀ ਹੋਈ, ਉਹਦੇ ਹੁਕਮ ਦੇ ਵਿੱਚ ਇਸ ਸੰਸਾਰ ਵਿੱਚ ਤੂੰ ਆਇਆ ਹੈ ਜੀ ਤੇ ਪਰਮਾਤਮਾ ਨੇ ਆਪਣੀ ਜੋਤ ਤੇਰੇ ਅੰਦਰ ਟਿਕਾਈ ਹੈ। ਹੁਣ ਜੇ ਪਰਮੇਸ਼ਰ ਨੇ ਜੋਤ ਟਿਕਾਈ ਹੈ ਤਾਂ ਫਿਰ ਤੇਰਾ ਫਰਜ਼ ਕੀ ਹੈ? ਸਤਿਗੁਰ ਕਹਿੰਦੇ ਨੇ, ਫਿਰ ਮੁੜ ਕੇ ਇਹ ਗੱਲ ਰਿਪੀਟ ਕਰਦੇ ਨੇ, ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ ਜੀ। ਹਰੀ ਨੇ ਤੇਰੇ ਵਿੱਚ ਆਪਣੀ ਜੋਤ ਟਿਕਾਈ ਹੋਈ ਹੈ, ਤਾਂ ਇਸ ਸੰਸਾਰ ਵਿੱਚ ਤੂੰ ਆਇਆ ਹੈ, ਨਹੀਂ ਤਾਂ ਪਤਾ ਨਹੀਂ ਤੇਰਾ ਕੀ ਬਣਨਾ ਸੀ। ਪਾਵਨ ਬਾਣੀ ਦੇ ਸਤਿਗੁਰੂ ਦੇ ਬੜੇ ਸੁੰਦਰ ਬਚਨ ਨੇ ਉਹਦੇ ਉਪਕਾਰਾਂ ਬਾਰੇ। ਪਾਤਸ਼ਾਹ ਕਹਿੰਦੇ ਨੇ, ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨੇ ਉਬਾਰਿਆ। ਉਸ ਪਰਮੇਸ਼ਰ ਨੇ ਆਪਣੇ ਪਾਣੀ ਦੇ ਨਾਲ, ਮਿੱਟੀ ਦੇ ਨਾਲ ਤੇਰੇ ਸਰੀਰ ਦੀ ਰਚਨਾ ਕੀਤੀ ਹੈ। ਮਾਂ ਕੀ ਰਕਤ ਪਿਤਾ ਬਿਨ ਧਾਰਾ, ਸੰਸਾਰ ਵਿੱਚ ਤੈਨੂੰ ਭੇਜਿਆ ਹੈ। ਤੇ ਜੇ ਰੱਬ ਨੇ ਤੇਰੇ ਅੰਦਰ ਆਪਣੀ ਜੋਤ ਟਿਕਾਈ ਹੈ ਤਾਂ ਭਾਈ ਇਹ ਚੇਤੇ ਰੱਖ, ਪਰਮਾਤਮਾ ਤੇਰਾ ਸਰੋਤ ਹੈ, ਸੋਮਾ ਮੂਲ ਹੈ। ਉਸ ਮੂਲ ਦੇ ਨਾਲ ਜੁੜ ਕੇ ਜੀਵਨ ਦਾ ਤੂੰ ਆਨੰਦ ਪ੍ਰਾਪਤ ਕਰ ਸਕਦਾ ਹੈ, ਆਨੰਦਮਈ ਜੀਵਨ ਜੀ ਸਕਦਾ ਹੈ। ਜੇ ਉਹਨੂੰ ਵਿਸਾਰ ਕੇ ਹੋਰ ਕਰਮਾਂ 'ਚ ਲੱਗਿਆ, ਜੀਵਨ ਬਰਬਾਦ ਹੋਏਗਾ ਜੀ। ਸਤਿਗੁਰ ਕਹਿੰਦੇ ਨੇ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਪਰਮੇਸ਼ਰ ਨੇ ਆਪ ਹੀ ਮਾਂ ਦਾ ਰੂਪ ਧਾਰ ਕੇ, ਪਿਤਾ ਦਾ ਰੂਪ ਧਾਰ ਕੇ, ਮਾਤਾ ਪਿਤਾ ਵਿੱਚ ਆਪ ਵਰਤ ਕੇ ਭਾਵ ਕਿ ਇਸ ਸੰਸਾਰ ਵਿੱਚ ਪੈਦਾ ਕਰਨ ਵਾਸਤੇ, ਤੈਨੂੰ ਭੇਜਣ ਵਾਸਤੇ ਪਰਮਾਤਮਾ ਆਪ ਹੀ ਹਰ ਥਾਂ ਤੇ ਵਰਤ ਰਿਹਾ ਹੈ। ਪਾਵਨ ਬਾਣੀ ਦੇ ਬੜੇ ਸੁੰਦਰ ਬਚਨ ਨੇ, ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਉਹ ਪਰਮਾਤਮਾ ਨੂੰ ਲੱਭਣ ਵਾਸਤੇ ਕਿਤੇ ਹੋਰ ਜਾਣ ਦੀ ਲੋੜ ਨਹੀਂ ਭਾਈ। ਉਹ ਇਹਨਾਂ ਰਿਸ਼ਤੇਦਾਰਾਂ ਵਿੱਚ, ਮਾਤਾ ਵਿੱਚ, ਪੁੱਤਰ ਵਿੱਚ, ਪਿਤਾ ਵਿੱਚ, ਧੀ ਵਿੱਚ, ਸਭ ਦੇ ਵਿੱਚ ਆਪ ਹੀ ਵਰਤ ਰਿਹਾ ਹੈ ਤੇ ਇਹਨਾਂ ਦੇ ਰੂਪ ਵਿੱਚ ਉਹ ਸਾਡੀ ਮਦਦ ਕਰ ਰਿਹਾ ਹੈ। ਪਾਤਸ਼ਾਹ ਕਹਿੰਦੇ ਨੇ, ਭਾਈ ਉਹ ਪਰਮਾਤਮਾ ਨੇ ਆਪ ਹੀ ਸਾਰਿਆਂ ਵਿੱਚ ਵਰਤ ਕੇ, ਮਾਤਾ ਪਿਤਾ ਦੇ ਰੂਪ ਦੇ ਵਿੱਚ ਵਰਤ ਕੇ, ਵਿਚਰ ਕੇ ਇਸ ਸੰਸਾਰ ਵਿੱਚ ਤੈਨੂੰ ਭੇਜਿਆ ਹੈ। ਤਾਂ ਜਾ ਕੇ ਤੂੰ ਸੰਸਾਰ ਵਿੱਚ ਆਇਆ, ਤੈਨੂੰ ਸੰਸਾਰ ਦਿਖਾਇਆ ਹੈ। ਫਿਰ ਜਦੋਂ ਸੰਸਾਰ ਵਿੱਚ ਮਨੁੱਖ ਆਇਆ ਤਾਂ ਸੰਸਾਰ ਵਿੱਚ ਆ ਕੇ ਮਨੁੱਖ ਨੇ ਪਰਮਾਤਮਾ ਨੂੰ ਭੁਲਾ ਦਿੱਤਾ, ਮਾਇਆ ਦਾ ਅਸਰ ਪੈ ਗਿਆ ਤੇ ਪਰਮੇਸ਼ਰ ਦੇ ਗੁਣਾਂ ਨੂੰ ਵਿਸਾਰ ਕੇ, ਔਗੁਣਾਂ ਵਿੱਚ ਲੱਗ ਕੇ, ਸੱਚ ਤੋਂ ਕਿਨਾਰਾ ਕਰਕੇ ਮਨੁੱਖ ਔਗੁਣੀ ਜੀਵਨ ਜੀ ਰਿਹਾ ਹੈ ਤੇ ਪਾਤਸ਼ਾਹ ਕਹਿੰਦੇ ਨੇ, ਭਾਈ ਜਿਸ ਮਨੁੱਖ ਨੂੰ ਇਸ ਗੱਲ ਦੀ ਸਮਝ ਲੱਗ ਜਾਏ ਕਿ ਇਹ ਸੰਸਾਰ ਪਰਮਾਤਮਾ ਨੇ ਬਣਾਇਆ ਤੇ ਮੈਨੂੰ ਪਰਮੇਸ਼ਰ ਨੇ ਬਣਾਇਆ,
ਮੈਂ ਪਰਮੇਸ਼ਰ ਦੇ ਗੁਣ ਗਾਉਣੇ, ਪਰਮੇਸ਼ਰ ਦੇ ਪ੍ਰਤੀ ਥੈਂਕਫੁਲ ਹੋਣਾ ਹੈ, ਜੀ ਤਾਂ ਉਹ ਮਨੁੱਖ ਇਸ ਸੰਸਾਰ ਦੇ ਵਿੱਚ ਸੁੱਖ ਨਹੀਂ ਭਾਲਦਾ, ਪਰਮੇਸ਼ਰ ਦੇ ਨਾਮ ਵਿੱਚ ਸੁੱਖ ਭਾਲਦਾ ਹੈ। ਇਹਦੀ ਸਮਝ ਕਿਵੇਂ ਲੱਗਦੀ ਹੈ? ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਜੀ ਗੁਰੂ ਦੀ ਕਿਰਪਾ ਦੇ ਨਾਲ ਮਨੁੱਖ ਨੂੰ ਇਸ ਗੱਲ ਦੀ ਸੂਝ ਪੈਂਦੀ ਕਿ ਇਹ ਜੋ ਸੰਸਾਰ ਹੈ ਇਹ ਤਾਂ ਪਰਮੇਸ਼ਰ ਦਾ ਚਲਤ ਹੈ, ਪਰਮੇਸ਼ਰ ਦੀ ਖੇਡ ਤਮਾਸ਼ਾ ਹੈ। ਜੀ ਤੇ ਉਸ ਮਨੁੱਖ ਨੂੰ ਇਹ ਸੰਸਾਰ ਇੱਕ ਤਮਾਸ਼ਾ ਨਜ਼ਰ ਆ ਜਾਂਦਾ ਹੈ, ਪਰਮੇਸ਼ਰ ਦੀ ਇੱਕ ਬਾਜ਼ੀ, ਇੱਕ ਖੇਡ ਨਜ਼ਰ ਆ ਜਾਂਦੀ ਹੈ। ਤੇ ਜਿਸ ਨੂੰ ਇਹ ਬਾਜ਼ੀ ਨਜ਼ਰ ਆ ਜਾਏ ਉਹ ਮਨੁੱਖ ਫਿਰ ਕਹਿੰਦਾ ਹੈ ਕਿ ਕਿਸ ਨਾਲ ਕੀਚੇ ਦੋਸਤੀ, ਸਭ ਜਗ ਚੱਲਣਹਾਰ। ਉਹਨੂੰ ਸਮਝ ਲੱਗ ਜਾਂਦੀ ਹੈ ਕੋਈ ਜਾਣੇ ਕਵਨ ਇਹਾਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੀ ਨਿਰਮਲ ਰੀਤ। ਉਹ ਪਰਮੇਸ਼ਰ ਦੇ ਗੁਣਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਦਾ, ਸੰਸਾਰ ਦੀ ਮਾਇਆ ਦੇ ਵਿੱਚ ਲੱਗ ਕੇ ਜੀਵਨ ਨੂੰ ਵਿਅਰਥ ਨਹੀਂ ਗਵਾਉਂਦਾ। ਪਾਵਨ ਬਾਣੀ ਸਤਿਗੁਰੂ ਦੇ ਬੜੇ ਸੁੰਦਰ ਬਚਨ ਨੇ, ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ, ਕਿੰਚਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਾਹ ਕਰੇ ਵਿਚਾਰੇ। ਮਨੁੱਖ ਵਿਚਾਰਾ ਕੀ ਕਰੇ, ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਏ, ਗੁਰੂ ਦੇ ਸ਼ਬਦ ਨਾਲ ਮਨੁੱਖ ਜੁੜ ਜਾਏ ਤਾਂ ਉਹਨੂੰ ਸਮਝ ਲੱਗ ਜਾਂਦੀ ਇਹ ਸੰਸਾਰ ਭਾਈ ਇਹ ਸਦਾ ਥਿਰ ਨਹੀਂ ਹੈ, ਇਸ ਦੇ ਪਿੱਛੇ ਜੋ ਪਰਮੇਸ਼ਰ ਹੈ, ਜੋ ਇਸ ਨੂੰ ਬਣਾਉਣ ਵਾਲਾ ਹੈ, ਉਹਦੇ ਗੁਣਾਂ ਦੇ ਨਾਲ ਜੁੜ ਕੇ ਸੱਚਾ ਸੁਖ ਪ੍ਰਾਪਤ ਹੋ ਸਕਦਾ ਹੈ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਪਰਮੇਸ਼ਰ ਨੇ ਜੋ ਸ੍ਰਿਸ਼ਟੀ ਦਾ ਮੁੱਢ ਬੱਝਿਆ ਤੇ ਤੇਰੇ ਅੰਦਰ ਆਪਣੀ ਜੋਤ ਟਿਕਾਈ ਤੇ ਤਾਂ ਤੂੰ ਇਸ ਸੰਸਾਰ ਵਿੱਚ ਆਇਆ। ਫਿਰ ਜੇ ਸੰਸਾਰ ਵਿੱਚ ਆਇਆ ਤਾਂ ਭਾਈ ਇਹ ਕੰਮ ਕਰ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਸ ਮੂਲ ਦੇ ਨਾਲ, ਆਪਣੀ ਜੜ ਦੇ ਨਾਲ, ਸੋਮੇ ਨਾਲ ਜੁੜ, ਫਿਰ ਤੂੰ ਆਨੰਦ ਦੀ ਅਵਸਥਾ ਤੱਕ ਪਹੁੰਚ ਸਕੇਗਾ। ਜੀ 34 ਪੌੜੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਦੋਂ ਮਨੁੱਖ ਨੂੰ ਇਸ ਗੱਲ ਦੀ ਸੂਝ ਪੈ ਜਾਏ ਕਿ ਪਰਮਾਤਮਾ ਦੇ ਗੁਣਾਂ ਦੇ ਨਾਲ ਜੁੜ ਕੇ ਮੈਨੂੰ ਆਨੰਦ ਮਿਲਣਾ ਹੈ, ਤਾਂ ਉਹ ਮਨੁੱਖ ਫਿਰ ਸੰਸਾਰ ਨੂੰ ਨਾਸ਼ਮਾਨ ਸਮਝ ਕੇ ਪਰਮੇਸ਼ਰ ਦੇ ਗੁਣਾਂ ਦੇ ਨਾਲ ਜੁੜ ਜਾਂਦਾ ਹੈ। ਪਾਤਸ਼ਾਹ ਕਹਿੰਦੇ ਨੇ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਇੱਥੇ ਇੱਕ ਮੈਨੂੰ ਗੱਲ ਥੋੜੀ ਸਪਸ਼ਟ ਕਰ ਦੇਵਾਂ। ਜਦੋਂ ਆਨੰਦ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਹੈ, ਉੱਥੇ ਪਹਿਲੀ ਪੌੜੀ ਦੇ ਵਿੱਚ ਸ਼ਬਦ ਆਉਂਦਾ ਹੈ, ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਜਿੱਥੇ ਮਾਏ ਸ਼ਬਦ ਆਉਂਦਾ ਹੈ, ਕਈ ਵੀਰਾਂ ਦੇ ਵਿਚਾਰ ਵੀ, ਆਪਣੇ ਸੁਝਾਅ ਵੀ ਆਏ ਨੇ ਤੇ ਕਈ ਨੇ ਐਪਰੀਸ਼ੀਏਟ ਵੀ ਕੀਤਾ ਹੈ, ਉਹਨਾਂ ਦਾ ਧੰਨਵਾਦ। ਤੇ ਜਿਨ੍ਹਾਂ ਨੇ ਵਿਚਾਰ ਦਿੱਤੀ ਉਹਨਾਂ ਦਾ ਵੀ ਧੰਨਵਾਦ। ਮਾਏ ਸ਼ਬਦ ਗੁਰਬਾਣੀ ਵਿੱਚ ਜਿੱਥੇ ਆਉਂਦਾ ਹੈ, ਕਈ ਵਿਚਾਰਵਾਨਾਂ ਨੇ ਐਸੀ ਪਰਿਪਾਟੀ ਨਵੀਂ ਸ਼ੁਰੂ ਕਰ ਦਿੱਤੀ ਹੈ ਕਿ ਉਹ ਮਾਏ ਸ਼ਬਦ ਨੂੰ ਮਤ ਦੇ ਨਾਲ ਜੋੜਨਗੇ ਕਿ ਇਹ ਮਾਏ ਸ਼ਬਦ ਮਤ ਦੇ ਅਰਥਾਂ ਵਿੱਚ ਆਇਆ ਹੈ। ਭਾਈ ਇਹ ਕਿਸੇ ਦਾ ਲਾਸਟ ਫੈਸਲਾ ਨਹੀਂ ਹੈ, ਡਿਸੀਜਨ ਵੱਖਰਾ ਨਹੀਂ, ਫੈਸਲਾ ਆਪਣਾ ਕੋਈ ਮਨੁੱਖ ਡਿਸੀਜਨ ਨਹੀਂ ਦੇ ਸਕਦਾ। ਬਟ ਗੁਰਬਾਣੀ ਦੇ ਵਿੱਚ ਸਖੀ ਸ਼ਬਦ ਵੀ ਆਉਂਦਾ ਹੈ, ਬਾਬਾ ਸ਼ਬਦ ਵੀ ਆਉਂਦਾ ਹੈ, ਭਾਈ ਸ਼ਬਦ ਵੀ ਆਉਂਦਾ ਹੈ, ਭੈਣੇ ਸ਼ਬਦ ਵੀ ਆਉਂਦਾ ਹੈ, ਬੜੇ ਸ਼ਬਦ ਜੋ ਸੰਬੋਧਨ ਦੇ ਰੂਪ ਵਿੱਚ ਆਉਂਦੇ ਨੇ। ਸੇਮ ਇਸੇ ਤਰ੍ਹਾਂ ਇੱਥੇ ਸਖੀ ਸ਼ਬਦ ਸੰਬੋਧਨ ਦੇ ਰੂਪ ਦੇ ਵਿੱਚ ਹੈ, ਭੈਣੇ ਸ਼ਬਦ ਸੰਬੋਧਨ ਦੇ ਰੂਪ ਵਿੱਚ ਹੈ। ਸੋ ਉੱਥੇ ਮਾਏ ਸ਼ਬਦ ਮੇਰੇ ਹਿਸਾਬ ਦੇ ਨਾਲ ਜਿੰਨੀ ਕੁ ਸਤਿਗੁਰੂ ਨੇ ਸੁਮਤ ਬਖਸ਼ਿਸ਼ ਕੀਤੀ ਉਹਦੇ ਨਾਲ ਇਹ ਸੰਬੋਧਨ ਦੇ ਰੂਪ ਵਿੱਚ ਹੈ, ਇਹ ਮੇਰੀ ਮਾਂ ਮੇਰੇ ਮਨ ਵਿੱਚ ਆਨੰਦ ਬਣਿਆ ਹੈ। ਸੇਮ ਇੱਥੇ ਵੀ ਉਹੀ ਗੱਲ ਹੈ, ਹੇ ਸਖੀਓ, ਹੇ ਸਹੇਲਿਓ, ਹੇ ਗੁਰਮੁਖ ਸੱਜਣੋ, ਆਓ ਰਲ ਕੇ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਵੀਏ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਹੁਣ ਮੈਂ ਇਹ ਗੱਲ ਸਮਝ ਲਈ ਕਿ ਪਰਮਾਤਮਾ ਮੈਨੂੰ ਮਿਲ ਰਿਹਾ ਹੈ। ਪਰਮੇਸ਼ਰ ਦੇ ਜਦੋਂ ਮੈਂ ਗੁਣ ਗਾਉਣੇ ਸ਼ੁਰੂ ਕੀਤੇ ਤਾਂ ਮੈਨੂੰ ਲੱਗਿਆ ਕਿ ਪਰਮਾਤਮਾ ਮੇਰੇ ਅੰਦਰ ਤੇ ਪ੍ਰਗਟ ਹੋਣ ਵਾਲਾ ਹੈ, ਉਹਦੇ ਗੁਣ ਮੇਰੇ ਹਿਰਦੇ ਵਿੱਚ ਪ੍ਰਗਟ ਹੋਣ ਲੱਗੇ ਨੇ। ਤੇ ਪਾਤਸ਼ਾਹ ਕਹਿੰਦੇ ਨੇ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਜਦੋਂ ਪਤਾ ਲੱਗੇ ਕਿ ਪਰਮਾਤਮਾ ਮੇਰੇ ਹਿਰਦੇ ਘਰ ਵਿੱਚ ਆਉਣ ਵਾਲਾ ਹੈ ਤਾਂ ਇਹ ਘਰ ਹੁਣ ਮੇਰਾ ਸਰੀਰ ਆਮ ਸਰੀਰ ਨਹੀਂ ਰਿਹਾ, ਇਹ ਪਰਮਾਤਮਾ ਦੇ ਰਹਿਣ ਵਾਸਤੇ ਮੰਦਰ ਬਣ ਗਿਆ ਹੈ। ਇਹ ਮਨੁੱਖਾ ਸਰੀਰ ਇੱਕ ਮੰਦਰ ਹੈ ਤੇ ਜਿਸ ਮੰਦਰ ਵਿੱਚ ਪਰਮਾਤਮਾ ਆਪ ਵਸਦਾ ਹੈ। ਹੁਣ ਜੇ ਕਿਸੇ ਘਰ ਦੇ ਵਿੱਚ ਕੋਈ ਮਹਿਮਾਨ ਆਵੇ ਤਾਂ ਮਨੁੱਖ ਆਪਣੇ ਘਰ ਨੂੰ ਸਾਫ਼ ਕਰਦਾ ਹੈ, ਸਜਾਉਂਦਾ ਹੈ ਆਉਣ ਵਾਲੇ ਦੇ ਸਤਿਕਾਰ ਵਾਸਤੇ। ਤੇ ਜਿਸ ਘਰ ਦੇ ਵਿੱਚ ਰੱਬ ਆਪ ਆਉਂਦਾ ਹੋਵੇ ਉਹਦੀ ਸੁੰਦਰਤਾ ਕਿੰਨੀ ਹੋਏਗੀ, ਉਹਨੂੰ ਕਿੰਨਾ ਸਜਾਣਾ ਪਏਗਾ। ਮਨੁੱਖ ਆਮ ਤੌਰ ਤੇ ਆਪਣੇ ਇਸ ਸਰੀਰ ਰੂਪੀ ਘਰ ਨੂੰ ਨਸ਼ਿਆਂ ਦੇ ਨਾਲ, ਔਗੁਣਾਂ ਦੇ ਨਾਲ, ਕੂੜ ਕਬਾੜ ਦੇ ਨਾਲ ਇਹਨੂੰ ਭਰੀ ਜਾਂਦਾ ਹੈ, ਗੰਦਾ ਕਰੀ ਜਾਂਦਾ ਹੈ, ਕਿਉਂਕਿ ਅਹਿਸਾਸ ਨਹੀਂ ਨਾ ਕਿ ਰੱਬ ਅੰਦਰ ਵਸਦਾ ਹੈ। ਤੇ ਜਦੋਂ ਸਤਿਗੁਰੂ ਕਹਿੰਦੇ ਨੇ ਕਿ ਹਰ ਮੰਦਰ ਇਹ ਸਰੀਰ ਹੈ, ਹਰ ਮੰਦਰ ਹਰ ਜਿਉ ਸਾਜਿਆ, ਇਹ ਸਰੀਰ ਵੀ ਪਰਮਾਤਮਾ ਨੇ ਆਪਣੇ ਰਹਿਣ ਵਾਸਤੇ ਸਭ ਤੋਂ ਸ੍ਰੇਸ਼ਟ ਜਗ੍ਹਾ ਇਹ ਹੀ ਹੈਗੀ। ਤੇ ਇਸ ਨੂੰ ਜੇ ਮਨੁੱਖ ਨੂੰ ਪਤਾ ਲੱਗ ਜਾਏ ਇਹਦੇ ਅੰਦਰ ਰੱਬ ਬੈਠਿਆ ਹੋਇਆ ਹੈ ਤਾਂ ਸ਼ਰਾਬ ਦੇ ਨਾਲ ਉਹਦਾ ਇਸ਼ਨਾਨ ਨਹੀਂ ਕਰਾ ਸਕਿਆ ਮਨੁੱਖ। ਬੰਦਾ ਗੁਰਦੁਆਰੇ ਜਾਏ, ਮੰਦਰ ਧਾਰਮਿਕ ਸਥਾਨ ਜਾਏ ਤਾਂ ਡਰਦਾ ਇੱਕ ਵਾਰੀ ਕਿ ਮੈਂ ਸ਼ਰਾਬ ਆਦਿਕ ਨਸ਼ੇ ਨੇ ਲੈ ਕੇ ਨਹੀਂ ਜਾਣੇ। ਤੇ ਜੇ ਅੰਦਰ ਰੱਬ ਬੈਠਿਆ ਹੈ ਉਹਦੇ ਉੱਤੇ ਸ਼ਰਾਬ ਦਾ ਫਿਰ ਪਾਣੀ, ਸ਼ਰਾਬ ਕਿਵੇਂ ਚਾੜ ਸਕੇਗਾ। ਸਤਿਗੁਰੂ ਕਹਿੰਦੇ ਨੇ,
ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਮੇਰਾ ਇਹ ਹਿਰਦਾ ਘਰ ਮੇਰਾ ਇਹ ਸਰੀਰ ਪਰਮੇਸ਼ਰ ਦੇ ਰਹਿਣ ਦੀ ਸੁੰਦਰ ਥਾਂ ਮੰਦਰ ਬਣ ਗਿਆ ਹੈ। ਆਓ ਰਲ ਕੇ ਖੁਸ਼ੀ ਦਾ ਗੀਤ ਗਾਵੇ ਉਹਦੀ ਸਿਫਤ ਸਲਾਹ ਕਰੀਏ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਹੈ ਸਖੀਓ ਹੈ ਸਜਣੋ ਆਓ ਰਲ ਮਿਲ ਕੇ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਵੀਏ ਜਿਹਦੇ ਕਰਕੇ ਕਦੇ ਕੋਈ ਦੁੱਖ ਮਨੁੱਖ ਨੂੰ ਪੋ ਨਹੀਂ ਸਕਦਾ। ਜਦੋਂ ਮਨੁੱਖ ਪਰਮਾਤਮਾ ਦੀ ਉਸਤਤ ਕਰੇ ਪਰਮੇਸ਼ਰ ਦੇ ਗੁਣ ਗਾਏ ਤਾਂ ਮਨੁੱਖ ਦੇ ਜੀਵਨ ਵਿੱਚ ਆਤਮਿਕ ਵਿਕਾਸ ਬਣਦਾ ਹੈ, ਮਨੁੱਖ ਦੇ ਜੀਵਨ ਵਿੱਚ ਖੇੜਾ ਬਣਦਾ ਹੈ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪੀਰ ਜਾਪੇ। ਜਦੋਂ ਮਨੁੱਖ ਗੁਰੂ ਦੇ ਚਰਨਾਂ ਦੇ ਨਾਲ ਜੁੜੇ, ਗੁਰੂ ਦੇ ਸ਼ਬਦ ਦੇ ਨਾਲ ਜੁੜੇ ਤਾਂ ਉਸ ਦੇ ਵਾਸਤੇ ਸਾਰੇ ਦਿਨ ਸੁਭਾਗੇ ਬਣ ਜਾਂਦੇ ਹਨ। ਦਿਨ ਸੁਭਾਗੇ ਬਣਦੇ ਨੇ ਗੁਰੂ ਦੀ ਸ਼ਰਨ ਵਿੱਚ ਜਾ ਕੇ। ਅੱਜ ਅਸੀਂ ਗੁਰੂ ਤੋਂ ਦੂਰ ਰਹਿ ਕੇ ਕਹਿੰਦੇ ਕਿ ਅੱਜ ਸੰਗਰਾਂਦ ਦਾ ਦਿਹਾੜਾ ਆ ਗਿਆ ਜੀ, ਅੱਜ ਪੂਰਨਮਾਸੀ ਆ ਗਈ ਹੈ, ਫਲਾਣਾ ਦਿਨ ਆ ਗਿਆ, ਅੱਜ ਫਲਾਣਾ ਦਿਨ, ਇਹ ਸੁਭਾਗਾ ਦਿਨ ਹੈ। ਸਤਿਗੁਰੂ ਕਹਿੰਦੇ ਨੇ ਭਾਈ ਦਿਨ ਸੁਭਾਗਾ ਉਹ ਹੈ ਜਿਸ ਦਿਨ ਤੂੰ ਗੁਰੂ ਦੇ ਚਰਨਾਂ ਵਿੱਚ ਜੁੜਦਾ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਪਾਤਸ਼ਾਹ ਦੇ ਬਚਨ ਨੇ 100 ਦਿਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ ਰਾਮ ਸਭ ਦੁੱਖ ਪਰ ਹਰਿਆ। ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਸਾਰੇ ਦੁੱਖ ਦੂਰ ਹੋਏ ਤੇ ਪਰਮੇਸ਼ਰ ਮਨ ਵਿੱਚ ਪ੍ਰਗਟ ਹੋਇਆ ਤਾਂ ਦਿਨ ਚੰਗਾ ਹੈ। ਜੇ ਮਨੁੱਖ ਰੱਬ ਤੋਂ ਟੁੱਟਿਆ ਹੋਇਆ ਹੈ ਭਾਵੇਂ ਕੋਈ ਵੀ ਦਿਨ ਹੈ ਉਹ ਦਿਨ ਬੇਕਾਰ ਹੈ ਮਨੁੱਖ ਦੇ ਵਾਸਤੇ। ਤੇ ਗੁਰਸਿੱਖ ਦੇ ਵਾਸਤੇ ਤਾਂ ਉਹੀ ਸਮਾਂ ਚੰਗਾ ਹੈ ਜਿਸ ਵੇਲੇ ਗੁਰੂ ਚਰਨਾਂ ਵਿੱਚ ਜੁੜ ਕੇ ਪਰਮਾਤਮਾ ਦੀ ਸਿਫਤ ਸਲਾਹ ਕਰੇ ਜਾਂ ਜਿੱਥੇ ਬੈਠਿਆ ਹੈ ਪਰਮੇਸ਼ਰ ਦੇ ਭੈ ਵਿੱਚ ਅਦਬ ਵੀ ਜੀਵਨ ਜੀਵੇ। ਉਹਦਾ ਹਰ ਇੱਕ ਪਲ ਹਰ ਦਿਨ ਸੁਭਾਗਾ ਹੈ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪੀਰ ਜਾਪੇ। ਜਦੋਂ ਮਨੁੱਖ ਆਪਣੇ ਪੀਰ ਆਪਣੇ ਪਰਮਾਤਮਾ ਪਤੀ ਦੇ ਗੁਣਾਂ ਦੇ ਨਾਲ ਜੁੜੇ, ਉਹਦੇ ਨਾਮ ਦਾ ਸਿਮਰਨ ਕਰੇ, ਉਹਦੀ ਯਾਦ ਵਿੱਚ ਰਹੇ ਤਾਂ ਉਹਦਾ ਜੀਵਨ ਸਾਰਾ ਹੀ ਸੁਭਾਗਾ ਬਣ ਜਾਂਦਾ ਹੈ, ਜੀਵਨ ਸਫਲ ਬਣ ਜਾਂਦਾ ਹੈ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਹੈ ਭਾਈ ਪਰਮਾਤਮਾ ਦੀ ਸਿਫਤ ਸਲਾਹ ਦੀ ਸ੍ਰੇਸ਼ਟ ਬਾਣੀ ਜੋ ਇੱਕ ਰਸ ਹੈ ਉਸ ਗੁਰੂ ਦੀ ਬਾਣੀ ਮੇਰੇ ਹਿਰਦੇ 'ਚ ਪ੍ਰਗਟ ਹੋ ਗਈ ਹੈ ਤੇ ਪਰਮਾਤਮਾ ਦੇ ਨਾਮ ਰਸ ਨੂੰ ਸਦਾ ਮੈਂ ਭੋਗ ਰਿਹਾ। ਹੈ ਸੱਜਣੋ ਆਓ ਰਲ ਕੇ ਪਰਮੇਸ਼ਰ ਦੇ ਨਾਮ ਨੂੰ ਸਦਾ ਵਰਤੀਏ, ਪਰਮੇਸ਼ਰ ਦੇ ਗੁਣਾਂ ਨੂੰ ਗਾਵੀਏ ਤੇ ਜਦੋਂ ਗੁਣ ਗਾਵਾਂਗੇ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਉਹ ਪਰਮੇਸ਼ਰ ਜੋ ਸਾਰੇ ਸੁੱਖਾਂ ਦਾ ਦਾਤਾ ਆਨੰਦ ਦਾ ਦਾਤਾ ਹੈ ਉਹ ਆਪ ਮਿਲ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ, ਜੋ ਸਾਰੇ ਸੰਸਾਰ ਨੂੰ ਬਣਾਉਣ ਦੇ ਸਮਰੱਥ ਹੈ। ਬਹੁਤ ਬਹੁਤ ਧੰਨਵਾਦ ਜੀ। ਅਗਲੇ ਹਫਤੇ ਅਗਲੀ ਪੌੜੀ 'ਚ ਗੁਰੂ ਸਾਹਿਬ ਕੀ ਉਪਦੇਸ਼ ਕਰਦੇ ਨੇ ਉਸ ਦੀ ਸਾਂਝ ਪਾਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪ੍ਰੋਗਰਾਮ ਦੀ ਕਰਦੇ ਜੀ ਇੱਥੇ ਹੀ ਸਮਾਪਤੀ। ਜੇਕਰ ਤੁਹਾਡੇ ਕੋਲ ਕੋਈ ਸਵਾਲ ਹੋਏ ਜਿਹੜਾ ਆਨੰਦ ਸਾਹਿਬ ਨਾਲ ਸੰਬੰਧਿਤ ਹੋਵੇ ਜਾਂ ਬਾਣੀ ਦੇ ਬਾਰੇ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ 604 603 7555 ਜਾਂ ਫਿਰ ਈਮੇਲ ਰਾਹੀਂ harpreetsingh@gmail.com। ਇਹ ਪ੍ਰੋਗਰਾਮਸ ਜੇਕਰ ਕਿਸੇ ਵਜ੍ਹਾ ਨਾਲ ਤੁਸੀਂ ਨਹੀਂ ਦੇਖ ਸਕਦੇ ਤਾਂ youtube.com/harpreetsingh ਤੇ ਵੀ ਜਾ ਕੇ ਦੇਖ ਸਕਦੇ ਹੋ। ਪ੍ਰੋਗਰਾਮ ਦੀ ਰੂਪਰੇਖਾ ਅਸੀਂ ਹਰ ਰੋਜ਼ ਫੇਸਬੁੱਕ ਦੇ ਉੱਤੇ ਵੀ ਪਾਉਂਦੇ ਹਾਂ, facebook.com/harpreetsingh ਉੱਥੇ ਜਾ ਕੇ ਵੀ ਜਾਣਕਾਰੀ ਲੈ ਸਕਦੇ ਹੋ। ਧੰਨਵਾਦੀ ਅਸੀਂ ਆਪਣੇ ਸਪਾਂਸਰਸ ਦੇ, ਐਡਵਰਟਾਈਜ਼ਰਸ ਦੇ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ ਤੇ ਆਪ ਜੀ ਤੋਂ ਵੀ ਇਹ ਸਹਿਯੋਗ ਦੀ ਮੰਗ ਕਰਦੇ ਹਾਂ ਕਿ ਅਸੀਂ ਕਿਸੇ ਸੰਸਥਾ ਨਾਲ ਨਹੀਂ ਜੁੜੇ ਹੋਏ, ਨਾ ਹੀ ਕੋਈ ਆਰਗੇਨਾਈਜੇਸ਼ਨ ਦੀ ਅਸੀਂ ਸੋਚ ਨੂੰ ਅੱਗੇ ਲੈ ਕੇ ਆਉਂਦੇ ਹਾਂ। ਇੱਕ ਨਿਰਪੱਖ ਤੌਰ ਦੇ ਉੱਤੇ ਅਸੀਂ ਕੋਸ਼ਿਸ਼ ਕਰਨੇ ਹਾਂ ਕਿ ਸਾਰੇ ਵਿਊ ਪੁਆਇੰਟਸ ਨੂੰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਈਏ। ਸੋ ਤੁਹਾਡੇ ਸਹਿਯੋਗ ਨਾਲ ਹੀ ਇਹ ਪ੍ਰੋਗਰਾਮ ਚੱਲ ਸਕਦੇ ਨੇ। ਐਡਵਰਟਾਈਜ਼ਮੈਂਟ ਰਾਹੀਂ ਜਾਂ ਸਪਾਂਸਰਸ਼ਿਪ ਰਾਹੀਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ। ਫਿਰ ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।